ओम शांति सत श्री अकाल जी। ਅੱਜ ਫਿਰ ਮੈਂ ਅਮਰਜੀਤ ਕੌਰ ਦੁਆ ਬੈਂਕਾਕ ਥਾਈਲੈਂਡ ਤੋਂ ਆਪ ਜੀ ਦੇ ਨਾਲ ਇੱਕ ਓਂਕਾਰ ਇੱਕ ਪਰਮਾਤਮਾ ਇੱਕ ਪਰਮ ਪਿਤਾ ਦੇ ਇਸ ਸੀਰੀਜ਼ ਚੱਲ ਰਿਹਾ ਹੈ ਅਤੇ ਆਪਾਂ ਰਲ ਮਿਲ ਕੇ ਜਪਜੀ ਸਾਹਿਬ 'ਤੇ ਵਿਚਾਰ ਕਰ ਰਹੇ ਹਾਂ। ਅਤੇ ਪਿਛਲੀ ਵਾਰੀ ਅਸੀਂ ਪੌੜੀ ਨੰਬਰ 21 ਤੱਕ ਪਹੁੰਚ ਗਿਆ ਅਤੇ ਪੌੜੀ 21 ਵਿੱਚ ਆਪਾਂ ਖੋਜ ਕਰ ਰਹੇ ਸਾਂ, ਸਮਝ ਰਹੇ ਸਾਂ ਗੁਰੂ ਨਾਨਕ ਕੀ ਕਹਿਣਾ ਚਾਹੁੰਦੇ ਸਨ ਕਿ ਦੁਨੀਆ ਕਿਵੇਂ ਸ਼ੁਰੂ ਹੋਈ, ਕਿਹੜਾ ਦਿਨ, ਕਿਹੜਾ ਤਾਰੀਖ, ਕਿਹੜੀ ਵਾਰ, ਕਿਹੜੀ ਤਿਥੀ, ਇਹ ਕੋਈ ਨਹੀਂ ਜਾਣ ਸਕਦਾ। ਭਾਵੇਂ ਜਿੰਨਾ ਮਰਜ਼ੀ ਕੋਈ ਸਿਆਣਾ ਹੋਏ, ਕੋਈ ਪੰਡਿਤ ਹੋਏ, ਕੋਈ ਕਾਜ਼ੀ ਹੋਏ, ਵੇਦ ਹੋਏ, ਕਤੇਬ ਹੋਏ, ਕੁਰਾਨ ਹੋਏ, ਇਹਦੇ ਵਿੱਚ ਕਿਸੇ ਦੇ ਵਿੱਚ ਇਸ ਦੇ ਬਾਰੇ ਨਹੀਂ ਲਿਖ ਸਕਦੇ, ਕਿਉਂਕਿ ਆਪਾਂ ਆਤਮਾ ਸਰੀਰ ਵਿੱਚ ਆ ਕੇ ਇੱਕ ਜਨਮ ਵਾਸਤੇ ਰਹਿੰਦੇ ਹਾਂ ਅਤੇ ਸਾਨੂੰ ਪਿਛਲੇ ਜਨਮ ਦਾ ਅਤੇ ਉਸ ਤੋਂ ਪਹਿਲਾਂ ਦਾ ਕਿਵੇਂ ਪਤਾ ਚੱਲ ਸਕਦਾ? ਨਹੀਂ ਪਤਾ ਚੱਲ ਸਕਦਾ। ਹਾਂ, ਕਿਸੇ ਦੇ ਪੁਰਾਣੀਆਂ ਕਿਤਾਬਾਂ ਨੂੰ ਫੜ ਕੇ ਵੀ ਪੜ੍ਹ ਲਈਏ ਅਤੇ ਉਹ ਜਿਸਨੇ ਜਿੰਨਾ ਪੁਰਾਣਾ ਵੀ ਹੋਏ ਉਹਨੂੰ ਫਿਰ ਵੀ ਉਸ ਦੀ ਅੱਗੇ ਤੋਂ ਥੋੜ੍ਹਾ ਪਤਾ ਹੈ। ਹਰ ਇੱਕ ਆਦਮੀ ਆਪਣਾ ਇੱਕੋ ਜੂਨ, ਇੱਕੋ ਜ਼ਿੰਦਗੀ ਦਾ ਪਤਾ ਚੱਲਦਾ। ਇਸ ਵਾਸਤੇ ਉਸ ਦੀ ਸ਼ੁਰੂਆਤ ਆਦਿ ਸੱਚ ਜੁਗਾਦ ਸੱਚ, ਇਹ ਜਿਹੜੀ ਆਦਿ ਸੱਚ ਜੁਗਾਦ ਸੱਚ ਦੀ ਗੱਲ ਹੋ ਰਹੀ, ਇਹ ਅਸੀਂ ਨਹੀਂ ਸਮਝ ਸਕਦੇ ਹਾਂ ਕਿ ਕਦੋਂ ਸ਼ੁਰੂ ਹੋਇਆ ਦੁਨੀਆ ਅਤੇ ਕਿਵੇਂ ਸ਼ੁਰੂ ਹੋਇਆ ਅਤੇ ਕਦ ਖਤਮ ਹੋਏਗਾ, ਇਹ ਵੀ ਸਾਨੂੰ ਨਹੀਂ ਪਤਾ। ਅਤੇ ਆਓ ਚਲੀਏ ਆਪਾਂ ਪੌੜੀ ਨੰਬਰ 21 'ਤੇ ਵੇਖੀਏ ਅੱਗੋਂ ਗੁਰੂ ਨਾਨਕ ਦੇਵ ਜੀ ਕੀ ਕਹਿ ਰਹੇ ਨੇ। ਪਾਤਾਲਾਂ ਪਾਤਾਲ ਲੱਖ, ਆਗਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ। ਇੱਥੇ ਗੁਰੂ ਜੀ ਕਹਿ ਰਹੇ ਨੇ ਪਾਤਾਲਾਂ ਪਾਤਾਲ ਲੱਖ, ਮਤਲਬ ਪਾਤਾਲਾਂ ਪਾਤਾਲ, ਇਹਦੇ ਵਿੱਚ ਲੱਖਾਂ ਪਾਤਾਲ ਹੈ। There are nether worlds below nether worlds. There are hundreds of thousands of skies over skies. ਪਾਤਾਲਾਂ ਪਾਤਾਲ ਲੱਖ ਅਤੇ ਆਗਾਸਾਂ ਆਗਾਸ, ਉਹ ਵੀ ਲੱਖ, ਮਤਲਬ ਲੱਖਾਂ ਅੰਦਰ ਕਿੰਨੀ ਗਹਿਰਾਈ ਹੈ, ਅਸੀਂ ਜਾ ਨਹੀਂ ਸਕਦੇ। ਟੂ ਦ ਕੋਰ ਆਫ ਦ ਅਰਥ ਤੱਕ ਪਹੁੰਚ ਨਹੀਂ ਸਕਦੇ, ਬਹੁਤ ਹੀ ਡੀਪ ਹੈ। ਅਤੇ ਅਸੀਂ ਸਮਝਦੇ ਹਾਂ ਅਰਥ ਰਾਊਂਡ ਹੈ ਅਤੇ ਫਿਰ ਵੀ ਅਸੀਂ ਜਿੰਨਾ ਮਰਜ਼ੀ ਖੋਦ ਦਈਏ ਉਹ ਅਸੀਂ ਉਸ ਦੀ ਸੀਮਾ ਨਹੀਂ ਪਾ ਸਕਦੇ, ਸਾਨੂੰ ਪਤਾ ਨਹੀਂ ਚੱਲ ਸਕਦਾ ਕਿੰਨੀ ਗਹਿਰਾਈ ਹੈ। ਅਤੇ ਇਸੇ ਤਰ੍ਹਾਂ ਆਗਾਸ ਆਗਾਸ, ਮਤਲਬ ਉਸ ਆਸਮਾਨ ਦੇ ਉੱਤੇ ਕਿੰਨੇ ਆਸਮਾਨ ਹੈ, ਇਹ ਵੀ ਸਾਨੂੰ ਨਹੀਂ ਪਤਾ। ਅਸੀਂ ਸਮਝਦੇ ਹਾਂ ਪਲੂਟੋ ਤੱਕ, ਪਰ ਫਿਰ ਵੀ ਸਿਤਾਰੇ ਇੰਨੇ ਨੇ ਜਿਹੜਾ ਕਿ ਅਸੀਂ ਉਸ ਤੱਕ ਪਹੁੰਚ ਵੀ ਨਹੀਂ ਸਕਦੇ, ਸਮਝ ਵੀ ਨਹੀਂ ਸਕਦੇ ਕੀ ਹੈ ਦੁਨੀਆ ਵਿੱਚ, ਸਿਰਫ ਗੈਸ ਕਰ ਸਕਦੇ ਨੇ। ਅਤੇ ਫਿਰ ਇੱਥੇ ਅਕਾਲ ਪੁਰਖ ਦੀ ਕੁਦਰਤ ਦੀ ਵਡਿਆਈ ਹੋ ਰਹੀ ਅਤੇ ਸਾਨੂੰ ਇਹ ਦੱਸਣ ਦੀ ਕੋਸ਼ਿਸ਼ ਕੀਤਾ ਜਾ ਰਿਹਾ ਕਿ ਅਸੀਂ ਇੱਕ ਡਾਟ ਗਲੋਬ ਵਿੱਚ ਆਪਾਂ ਦੁਨੀਆ ਨੂੰ ਦੇਖੀਏ ਅਤੇ ਆਪਾਂ ਦੇਖਾਂਗੇ ਮੈਂ ਕਿੱਥੇ ਹਾਂ। ਲੁੱਕ ਐਟ ਦ ਗਲੋਬ। ਗਲੋਬ ਦੇ ਵਿੱਚ ਮੈਂ ਕਿੱਥੇ ਹਾਂ? ਅਰੇ ਮੇਰਾ ਦੇਸ਼ ਹੀ ਇੱਕ ਡਾਟ ਹੈ। ਮੇਰੀ ਹੋਮ ਟਾਊਨ, ਮੇਰੀ ਸਿਟੀ ਜਿਹੜੀ ਹੈ, ਉਦੈਪੁਰ ਹੋਏ, ਮਾਊਂਟ ਆਬੂ ਹੋਏ, ਦਿੱਲੀ ਹੋਏ, ਬੰਬੇ ਹੋਏ, ਬੈਂਕਾਕ ਹੋਏ, ਇੱਕ ਡਾਟ ਹੈ ਗਲੋਬ ਦੇ ਵਿੱਚ, ਅਤੇ ਮੈਂ ਉਸ ਡਾਟ ਦੇ ਵਿੱਚ ਵੀ ਟਾਈਨੀ ਡਾਟ ਹਾਂ। ਮੇਰਾ ਘਰ ਕਿੱਥੇ ਹੈ, ਮੇਰਾ ਜਿੱਥੇ ਮੈਂ ਬੈਠੀ ਹਾਂ ਉਹ ਕਿੱਥੇ, ਉਹ ਤਾਂ ਡਾਟ ਦੇ ਅੰਦਰ ਡਾਟ। ਇੰਨੀ ਅਸੀਂ ਛੋਟੇ ਹਾਂ ਇਸ ਇੰਨੀ ਵੱਡੀ ਦੁਨੀਆ ਵਿੱਚ, ਅਸੀਂ ਇੰਨੀ ਕੁਝ ਛੋਟੇ ਹਾਂ ਅਤੇ ਅਸੀਂ ਸਮਝਦੇ ਹਾਂ ਅਸੀਂ ਬੜੇ ਸਿਆਣੇ ਹਾਂ। ਅਸੀਂ ਸਮਝਦੇ ਹਾਂ ਕਿ ਅਸੀਂ ਉਸ ਦੀ ਸੀਮਾ ਨੂੰ ਪਾ ਸਕਦੇ ਹਾਂ। ਅਸੀਂ ਸਮਝਦੇ ਹਾਂ ਕਿ ਅਸੀਂ ਸਾਇੰਸ ਦੇ ਬਲ 'ਤੇ ਸਭ ਕੁਝ ਸਮਝ ਲਿਆ। ਅਰੇ ਸਾਇੰਸ ਵੀ ਕਿਸੇ ਇਨਸਾਨ ਨੇ ਹੀ ਸ਼ੁਰੂ ਕੀਤਾ, ਕਿਸੇ ਇਨਸਾਨ ਦੇ ਬਲ 'ਤੇ ਹੀ ਚੱਲ ਰਿਹਾ, ਅਤੇ ਉਹ ਇਨਸਾਨ ਹੈ ਤਾਂ ਇੱਕ ਡਾਟ ਦੇ ਅੰਦਰ ਡਾਟ। ਇੰਨੀ ਕੁ ਬਾਰੀਕ ਅਸੀਂ ਹੈਗਾ, ਸਾਡੀ ਕਿੰਨੀ ਕੁ ਮੱਤ ਹੈਗੀ ਹੈ। ਅਕਾਲ ਪੁਰਖ ਉਸ ਦੀ ਵਡਿਆਈ ਦੱਸ ਰਹੇ ਨੇ। ਚਲਿਏ ਫਿਰ ਸੁਣੀਏ। ਓੜਕ ਓੜਕ ਪਾਲ ਥਕੇ, ਵੇਦ ਕਹਿਣ ਇੱਕ ਵਾਤ। All the holy scriptures and learned scholars have grown weary of seeking even an inkling of those ends. ਉਸ ਦੀ ਅੰਤ ਨੂੰ ਪਾਉਣ ਵਾਸਤੇ ਓੜਕ ਓੜਕ ਪਾਲ ਥਕੇ, ਸਾਰੇ ਥੱਕ ਗਏ ਨੇ ਪੜ੍ਹਦੇ ਪੜ੍ਹਦੇ। ਜਿਹੜੇ ਸਿਆਣੇ ਨੇ, ਜਿਹੜੇ ਸਕਾਲਰਸ ਨੇ, ਜਿਹੜੇ ਰੱਬੀ ਗਿਆਨ ਨੂੰ ਪੜ੍ਹਨ ਵਾਲੇ ਨੇ, ਉਹ ਵੀ ਥੱਕ ਚੁੱਕੇ। ਇੱਕ ਕਹਿਣ ਇੱਕ ਬਾਤ, ਇੱਕ ਮਤਲਬ ਉਹ ਗੱਲ ਹੀ ਨਹੀਂ ਕਰ ਸਕਦੇ ਇਸ ਦੇ ਬਾਰੇ, ਕਿਉਂਕਿ ਉਹ ਸਾਰੇ ਥੱਕ ਚੁੱਕੇ ਨੇ ਇਹ ਗੱਲ ਬੋਲਦਿਆਂ ਬੋਲਦਿਆਂ, ਅਤੇ ਉਸ ਦੀ ਸੀਮਾ ਨੂੰ ਨਹੀਂ ਪਾ ਸਕਦੇ। ਇੱਥੇ ਤੱਕ ਆਪਾਂ ਵੀ ਸਮਝ ਸਕਦੇ ਹਾਂ ਕਿ ਆਪਾਂ ਵੀ ਸੀਮਾ ਨਹੀਂ ਪਾ ਸਕਦੇ।
सहस अठारे कहन कतेबां, सहस अठारे कहन कतेबां, असलू एक तात। लेखा होई त लिखिया, लेखै होई विनाश। नानक वड्डा आखिए, आपे जाने आप। All religious books say there are 18,000 worlds whose beginnings go back to you, the one Almighty Lord. To use a number or any word that is a unit of measurement for this magnanimous creation of yours isn't acceptable, isn't applicable. मतलब ਅਸੀਂ ਨੰਬਰ ਨਹੀਂ ਯੂਜ਼ ਕਰ ਸਕਦੇ ਹਾਂ। ਜਿਹੜਾ ਅਸੀਂ ਬੋਲਦੇ ਸਹਿਸ 18, ਇਹ 18 ਵਰਡ ਯੂਜ਼ ਕਰਨਾ ਵੀ ਗਲਤ ਹੈ, ਕਿਉਂਕਿ ਅਸੀਂ ਕੋਈ ਨੰਬਰ ਦੇ ਹੀ ਨਹੀਂ ਸਕਦੇ ਹਾਂ। ਇਹ ਗੁਰੂ ਕਹਿ ਰਹੇ ਨੇ ਸਹਿਸ 18 ਕਹਿਨ ਕਤੇਬਾ, ਅਸਲੂ ਇੱਕ ਤਾਤ। ਉਸ ਇੱਕ ਦੀ ਬੁਨਿਆਦ ਨੂੰ ਅਸੀਂ ਸਮਝ ਨਹੀਂ ਸਕਦੇ। Because how can any unit or word attempt to even account for that which is unaccountable? For measurements, units, numbers will come to an end, but your creation knows no end, is great not because we say so, for only you can know and say how great you are. ਅਸੀਂ ਬੋਲਦੇ ਹਾਂ, ਜਿੰਨਾ ਮਰਜ਼ੀ ਅਸੀਂ ਬੋਲਿਆ, ਜਿੰਨਾ ਅਸੀਂ ਅਕਾਲ ਪੁਰਖ ਦੀ ਵਡਿਆਈ ਕਰਾਂਗੇ ਉਨਾ ਘੱਟ ਹੈ। ਅਸੀਂ ਕਰ ਹੀ ਨਹੀਂ ਸਕਦੇ। ਸਿਰਫ ਉਹ ਹੀ ਆਪਣੇ ਆਪ ਨੂੰ ਉਹ ਹੀ ਜਾਣਦਾ, ਆਪਾਂ ਨਹੀਂ ਜਾਣ ਸਕੇ। ਨਾਨਕ ਵੱਡਾ ਆਖਿਏ, ਆਪੇ ਜਾਣੇ ਆਪ। ਕਿ ਫਿਰ ਉਹ ਵਰਡ ਆਇਆ, ਆਪੇ ਜਾਣੇ ਆਪ। ਇੱਥੇ ਨਾਨਕ ਬਿਨਾਂ ਔਂਕੜਤਾ ਹੁੰਦੀ ਹੈ, ਵੱਡਾ ਆਖਿਏ ਮਤਲਬ ਤੁਰਕੀ ਬਣ ਕੇ ਕਿ ਅਸੀਂ ਵੱਡਾ ਆਖੀਏ, ਜਿੰਨਾ ਮਰਜ਼ੀ ਅਸੀਂ ਆਖੀਏ ਕੋਈ ਫਰਕ ਨਹੀਂ। ਆਪੇ ਜਾਣੇ ਆਪ। ਸਾਡੇ ਕਹਿਣ ਦੇ ਨਾਲ ਉਹ ਵੱਡਾ ਨਹੀਂ ਹੈ, ਸਾਡੇ ਕਹਿਣ ਦੇ ਨਾਲ ਉਹ ਛੋਟਾ ਨਹੀਂ, ਉਹ ਬੇਹੱਦ ਹੈ, ਬੇਅੰਤ ਹੈ, ਅਤੇ ਉਹੀ ਉਹ ਆਪਣੇ ਆਪ ਨੂੰ ਜਾਣਦਾ। ਅਸੀਂ ਕੋਸ਼ਿਸ਼ ਜਿੰਨਾ ਮਰਜ਼ੀ ਕਰੀਏ ਨਹੀਂ ਜਾਣ ਸਕਦੇ। ਇੱਥੇ ਸਾਇੰਟੀਫਿਕ ਦੇ ਤੌਰ 'ਤੇ ਜੇ ਇਹ ਪੰਕਤੀਆਂ ਕੋਈ ਸਾਇੰਟਿਸਟ ਜਾਂ ਕੋਈ ਜਿਓਗ੍ਰਾਫੀ ਦੇ ਲੋਕ ਹਿਸਟੋਰੀਅਨਸ ਵਗੈਰਾ ਪੜ੍ਹਨ ਅਤੇ ਉਹਨਾਂ ਨੂੰ ਫਿਰ ਸਮਝ ਆ ਗਈ ਕਿ ਕਿੰਨਾ ਕੋਸ਼ਿਸ਼ ਕਰਦੇ ਪਏ ਨੇ ਦੁਨੀਆ ਦੀ ਸ਼ੁਰੂ ਨੂੰ ਲੱਭਣ, ਦੁਨੀਆ ਕਦੋਂ ਸ਼ੁਰੂ ਹੋਈ, ਦੁਨੀਆ ਦੀ ਖੋਜ ਕਰਦੇ ਪਏ ਨੇ, ਅਤੇ ਇੰਨਾ ਪੈਸਾ ਲੱਗਦਾ ਹੈ, ਅਗਲਾ ਦੁਨੀਆ ਵਿੱਚ ਰਹਿਣ ਦੀ ਕੋਸ਼ਿਸ਼ ਕਰਦੇ ਪਏ ਨੇ ਮਾਰਸ ਦੇ ਉੱਤੇ। ਇੱਥੇ ਤੇ ਅਕਾਲ ਪੁਰਖ ਗੁਰੂ ਨਾਨਕ ਸਾਫ਼ ਕਹਿ ਰਹੇ ਨੇ ਕਿ ਇਹ ਸਾਰਾ ਫਜ਼ੂਲ ਹੈ, ਕਿਉਂਕਿ ਉਸ ਦੀ ਸੀਮਾ ਨੂੰ ਅਸੀਂ ਨਹੀਂ ਪਾ ਸਕਦੇ। ਪਰ ਲੱਗੇ ਹਾਂ ਅਸੀਂ ਇਸ ਪਾਸੇ ਇੰਨਾ ਖਰਚਾ ਕਰ ਰਹੇ ਹਾਂ, ਅਤੇ ਗਰੀਬ ਦੁਨੀਆ ਵਿੱਚ ਗਰੀਬ ਕਿੰਨੇ ਹੈ, ਉਹਨਾਂ ਨੂੰ ਰੋਟੀ ਖਾਣਾ ਪਾਣੀ ਪੀਣਾ ਘਰ ਵੀ ਨਹੀਂ ਹੈ, ਪਰ ਪੈਸਾ ਉੱਥੇ ਲਗਾਈ ਜਾ ਰਿਹਾ ਬੰਬਸ ਬਣਾਉਣ 'ਤੇ ਅਤੇ ਸਾਇੰਸ ਦੇ ਖੋਜ ਦੇ ਵਿੱਚ, ਮਾਰਸ ਜਾਣ 'ਤੇ, ਰੋਕਟਸ ਬਣਾਉਣ 'ਤੇ। ਇਹ ਅਜੀਬ ਗੱਲ ਹੋ ਰਹੀ ਹੈ ਨਾ ਦੁਨੀਆ ਵਿੱਚ। ਇੱਥੇ ਗੁਰੂ ਨਾਨਕ ਸਾਰੇ ਸਾਇੰਟਿਸਟ ਦੇ ਮੱਥਾ ਨੂੰ ਨੌਕ ਕਰ ਰਹੇ ਨੇ ਕਿ ਜਾਗੋ ਮੋਹਨ ਪਿਆਰੇ ਜਾਗੋ। ਤੁਸੀਂ ਸਮਝਦੇ ਹੋ ਤੁਸੀਂ ਸੀਮਾ ਪਾ ਸਕਦੇ ਹੋ? ਨਹੀਂ ਪਾ ਸਕਦੇ ਹੋ। ਵੱਡੇ ਵੱਡੇ ਸਾਇੰਟਿਸਟ ਆ ਕੇ ਚਲੇ ਗਏ, ਵੱਡੇ ਵੱਡੇ ਧਰਮ ਸਥਾਪਕ ਆ ਕੇ ਚਲੇ ਗਏ, ਉਹਨਾਂ ਨੇ ਕਿਹਾ ਹੈ ਕਿ ਸੀਮਾ ਨਹੀਂ ਪਾ ਸਕਦੇ, ਅਤੇ ਤੁਸੀਂ ਫਿਰ ਕੌਣ ਹੋ ਸੀਮਾ ਪਾਉਣ ਵਾਲੇ? ਅਤੇ ਇੱਥੇ ਇਹ ਗੱਲ, ਲੇਖਾ ਹੋਈ ਤਾਂ ਲਿਖਿਆ, ਲੇਖੇ ਹੋਈ ਵਿਨਾਸ਼। ਕੋਈ ਇਸ ਦਾ ਖਾਤਾ ਵੀ ਨਹੀਂ ਹੈ। ਇੱਥੇ ਮੈਜਰਿੰਗ ਯੂਨਿਟਸ ਵਗੈਰਾ ਕਿ ਉਸਨੂੰ ਨਾਪਿਆ ਨਹੀਂ ਜਾ ਸਕਦਾ, ਤੋਲਿਆ ਨਹੀਂ ਜਾ ਸਕਦਾ, ਉਸਦੀ ਅਕਾਊਂਟ ਖਾਤਾ ਨਹੀਂ ਕੀਤਾ ਜਾ ਸਕਦਾ, ਉਸ ਦੇ ਬਾਰੇ ਲਿਖਿਆ ਨਹੀਂ ਜਾ ਸਕਦਾ। ਉਹ ਗੱਲ ਹੋ ਰਹੀ ਹੈ ਇੱਥੇ। ਲੇਖਾ ਹੋਏ ਤਾਂ ਲਿਖਿਆ, ਲੇਖੇ ਹੋਏ ਵਿਨਾਸ਼। ਜੇ ਹੋ ਸਕਦਾ ਤਾਂ ਜ਼ਰੂਰ ਕੋਈ ਲਿਖਣਾ ਸੀ। ਆਪਾਂ ਇਹ ਪੌੜੀ ਨੂੰ ਜਦੋਂ ਪੜ੍ਹਨੇ ਹਾਂ, ਇੱਕ ਵਾਰੀ ਫਿਰ ਇਹ ਪੌੜੀ ਨੂੰ ਆਪਾਂ ਧਿਆਨ ਨਾਲ ਪੜ੍ਹਾਂਗੇ ਅਤੇ ਅਸੀਂ ਫਿਰ ਸਮਝਾਂਗੇ ਕਿ ਇੱਥੇ ਗੁਰੂ ਨਾਨਕ ਫਿਰ ਉਸਦੀ ਉਹ ਵਡਿਆਈ ਅਤੇ ਉਸਦੀ ਸੀਮਾ ਦੀ ਗੱਲ ਕਰਦੇ ਹਾਂ ਕਿ ਜੋ ਅਸੀਂ ਪਾ ਨਹੀਂ ਸਕਦਾ। ਪਾਤਾਲਾਂ ਪਾਤਾਲ ਲਖ, ਆਗਾਸਾਂ ਆਗਾਸ, ਓੜਕ ਓੜਕ ਪਾਲ ਥਕੇ, ਵਹਿਦ ਕਹਿਨ ਇੱਕ ਵਾਤ, ਸਹਿਸ 18 ਕਹਿਨ ਕਤੇਬਾ, ਅਸਲੂ ਇੱਕ ਤਾਤ। ਲੇਖਾ ਹੋਏ ਤਾਂ ਲਿਖਿਆ, ਲੇਖੇ ਹੋਈ ਵਿਨਾਸ਼। ਨਾਨਕ ਵੱਡਾ ਆਖਿਆ, ਆਪੇ ਜਾਣੇ ਆਪ। ਮਤਲਬ ਤੂੰ ਹੀ ਜਾਣਦਾ ਹੈ ਕਿੰਨੀ ਕੁ ਵੱਡੀ ਤੇਰੀ ਦਰਜਾ ਹੈ, ਉਹ ਅਸਾਂ ਨਹੀਂ ਜਾਣ ਸਕਦੇ। ਇੱਥੇ ਮੈਂ ਜਿਹੜਾ ਗੱਲ ਕਰਦੇ ਨੇ ਗੁਰੂ ਨਾਨਕ ਦੇਵ ਜੀ ਆਪੇ ਜਾਣੇ ਆਪ, ਇਹਦੇ ਉੱਤੇ ਮੈਂ ਗੌਰ ਕਰਨਾ ਚਾਹੁੰਦੀ ਹਾਂ। ਜੇ ਅਕਾਲ ਪੁਰਖ ਦੀ ਆਪਣੀ ਹੋਂਦ ਇੱਥੇ ਨਾ ਆਉਣਾ ਹੋਏ ਅਤੇ
ਖੁਦ ਅਕਾਲ ਪੁਰਖ ਨੇ ਆਪਣੀ ਗਿਆਨ ਨਾ ਦੇਣੀ ਹੋਏ, ਫਿਰ ਗੁਰੂ ਨਾਨਕ ਕਿਉਂ ਕਹਿੰਦੇ ਨੇ ਆਪੇ ਜਾਣੇ ਆਪ। ਇਹਦਾ ਮਤਲਬ ਉਹ ਵੀ ਜਾਣਦੇ ਨੇ ਕਿ ਇੱਕ ਦਿਨ ਅਕਾਲ ਪੁਰਖ ਨੇ ਆਪੇ ਆ ਕੇ ਆਪਣੀ ਗਿਆਨ ਦੇਣੀ ਹੈ, ਕਿਉਂਕਿ ਉਹੀ ਉਹ ਜਾਣ ਸਕਦਾ। ਅਸੀਂ ਜੋ ਵੀ ਗੁਰੂ ਨਾਨਕ ਉਸ ਵੇਲੇ ਉੱਥੋਂ ਹੀ ਤਾਂ ਆਏ ਸਨ, ਪਰਮ ਧਾਮ ਤੋਂ ਉਹ ਨਵੀਂ ਆਤਮਾ ਆਏ ਸਨ ਅਕਾਲ ਪੁਰਖ ਦਾ ਸੰਦੇਸ਼ ਸਾਨੂੰ ਪਹੁੰਚਾਉਣ ਵਾਸਤੇ। ਅਤੇ ਉਹਨਾਂ ਨੇ ਫਿਰ ਇਹ ਜਪਜੀ ਸਾਹਿਬ ਦੀ ਬਾਣੀ ਉਚਾਰਿਆ ਸਾਡੇ ਵਾਸਤੇ, ਅਤੇ ਇਹਦੇ ਵਿੱਚ ਉਹਨਾਂ ਨੇ ਸਾਫ਼ ਲਿਖਿਆ ਕਿ ਆਪੇ ਜਾਣੇ ਆਪ। ਮਤਲਬ ਕਿ ਬੇਸ਼ੱਕ ਉਹਨਾਂ ਗੁਰੂ ਨਾਨਕ ਨੇ ਸਾਨੂੰ ਤਰੀਕਾ ਦੱਸਿਆ ਰੱਬ ਦੀ ਸਿਫਤ ਕਰਨ ਨਾਲ ਨਹੀਂ, ਰੱਬ ਦੀ ਗੁਣ ਪਾਉਣਾ, ਸ਼ਕਤੀ ਪਾਉਣਾ, ਕਿ ਸਾਨੂੰ ਇਹ ਚਾਹੀਦਾ ਹੈ, ਰੱਬੀ ਗੁਣ ਚਾਹੀਦੀ ਅਤੇ ਰੱਬੀ ਸ਼ਕਤੀ ਚਾਹੀਦੀ। ਅਤੇ ਖੁਸ਼ ਰਹਿਣ ਵਾਸਤੇ, ਪਾਪ ਨੂੰ ਮਿਟਾਉਣ ਵਾਸਤੇ, ਕਰਮ ਦੀ ਖਾਤਾ ਨੂੰ ਖਤਮ ਕਰਨ ਵਾਸਤੇ, ਇਸ ਜ਼ਿੰਦਗੀ ਵਿੱਚ ਖੁਸ਼ੀ ਨਾਲ ਜਿਉਣ ਵਾਸਤੇ, ਆਪਣੀ ਜ਼ਿੰਦਗੀ ਨੂੰ ਸਫਲ ਪਾਉਣ ਵਾਸਤੇ, ਆਪਣੀ ਰੂਹਾਨੀਅਤ ਸਫਰ ਨੂੰ ਸਫਲ ਪਾਉਣ, ਇਸ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਇਹ ਲਿਖਿਆ। ਅਤੇ ਸਾਨੂੰ ਇਸ ਵਾਸਤੇ ਦੱਸ ਰਹੇ ਨੇ ਕਿ ਇਹ ਜਿਹੜੀ ਬਾਹਰਲੀ ਚੀਜ਼ ਹੈ ਨਾ, ਜਿਹੜਾ ਅੰਦਰ ਦੀ ਖੋਜ ਕਰੋ, ਅੰਤਰਗਤ ਤੀਰਥ ਮੱਲਾਓ, ਉੱਥੇ ਸ਼ੁਰੂ ਹੋਇਆ ਸੀ ਅਤੇ ਫਿਰ ਹੁਣ ਬਾਹਰ ਵਿੱਚ ਜਾ ਰਹੇ ਨੇ ਕਿ ਬਾਹਰ ਜੋ ਤੁਸੀਂ ਜਾਓਗੇ ਉਹ ਬੇਹੱਦ ਹੈ, ਬੇਅੰਤ ਹੈ, ਅਤੇ ਉਸ ਨੂੰ ਤੁਸੀਂ ਸੀਮਾ ਪਾ ਨਹੀਂ ਸਕਦੇ। ਇਹ ਅਤੇ ਉਹ ਤੇਰੇ ਮਨ ਤੋਂ ਬਾਹਰ ਹੈ, ਅਤੇ ਉਹ ਉਸ ਦੀ ਮਤਲਬ ਕਿ ਆਗਾਸ ਵਿੱਚ ਤੁਸੀਂ ਕਿਵੇਂ ਜਾਓਗੇ, ਪਾਤਾਲ ਵਿੱਚ ਤੁਸੀਂ ਕਿਵੇਂ ਜਾ ਸਕਦੇ ਹੋ। ਅਤੇ ਓੜਕ ਬਾਤ ਕੇ ਵੇਦ ਕਹਿਣੇ ਇੱਕ ਬਾਤ, ਮਤਲਬ ਇਹ ਅਸੀਂ ਸੀਮਾ ਪਾ ਹੀ ਨਹੀਂ ਸਕਦੇ। ਜਿੰਨੇ ਮਰਜ਼ੀ ਪੜ੍ਹ ਚੁੱਕੇ ਹੈ, ਪੜ੍ਹੇ ਲਿਖੇ ਸਿਆਣੇ ਆ ਕੇ ਕਰ ਚੁੱਕੇ ਨੇ, ਉਹ ਵੀ ਇਸ ਗੱਲ ਨੂੰ ਮੰਨ ਚੁੱਕੇ ਕਿ ਨਹੀਂ ਸੀਮਾ ਪਾ ਸਕਦੇ। ਇੰਨੀ ਵੱਡੀ ਉਸ ਦੀ ਕੁਦਰਤ ਹੈ, ਅਤੇ ਉਹ ਜਾਣਦਾ ਉਸ ਦੀ ਕੁਦਰਤ ਨੂੰ। ਅਤੇ ਇਸ ਵੇਲੇ ਕਿਉਂਕਿ ਕਲਯੁਗ ਦੇ ਅੰਤ ਤੱਕ ਪਹੁੰਚ ਚੁੱਕੇ ਆ, ਅਤੇ ਅਸੀਂ ਕਿਉਂ ਜਾਣਦੇ ਕਿ ਕਲਯੁਗ ਦੇ ਅੰਤ ਤੱਕ ਪਹੁੰਚ ਚੁੱਕੇ ਆ? ਕਿਉਂਕਿ ਉਹ ਖੁਦ ਆ ਕੇ ਆਪਣੀ ਗੱਲ ਆਪ ਬਤਾ ਰਹੇ ਨੇ। ਕਿਉਂਕਿ ਅਕਾਲ ਪੁਰਖ ਦਾ ਰੋਲ ਹੈਗਾ ਇਸ ਦੁਨੀਆ ਵਿੱਚ ਜੋ ਅਸੀਂ ਪਹਿਲਾਂ ਨਹੀਂ ਸਾਨੂੰ ਪਤਾ ਸੀ। ਅਤੇ ਇਸ ਵੇਲੇ 100 ਸਾਲ ਵਾਸਤੇ ਅਕਾਲ ਪੁਰਖ ਸੰਗਮ ਯੁੱਗ ਵਿੱਚ, ਲੀਪ ਯੁੱਗ, ਜਿਹੜਾ ਕਿ ਕਲਯੁਗ ਦੇ ਅੰਤ ਅਤੇ ਸਤਯੁਗ ਦੇ ਸ਼ੁਰੂ ਦੇ ਵਿਚਕਾਰ ਆਉਂਦੇ ਨੇ, ਉਸ ਨੂੰ ਅਸੀਂ ਸੰਗਮ ਯੁੱਗ ਕਹਿੰਦੇ, ਜਿੱਥੇ ਪਰਿਵਰਤਨ ਹੁੰਦਾ। ਉਹ ਲਾਸਟ ਲਾਈਫ ਟਾਈਮ ਇਸ ਕਲਪ ਦਾ, ਇਸ ਸਾਈਕਲ ਆਫ ਟਾਈਮ ਦਾ ਲਾਸਟ ਲਾਈਫ ਟਾਈਮ ਹੈ। ਉੱਥੇ ਸਾਨੂੰ ਸਮਝਣੀ ਪਏਗੀ ਕਿ ਅਕਾਲ ਪੁਰਖ ਆ ਕੇ ਜਿਹੜਾ ਸਾਰਾ ਕੁਝ ਜਾਣਦਾ, ਉਹ ਸਾਨੂੰ ਦੱਸਦੇ ਨੇ ਕਿ ਸ੍ਰਿਸ਼ਟੀ ਚੱਕਰ 5000 ਸਾਲ ਦਾ ਹੈ, ਅਤੇ ਆਪਾਂ ਉਸ ਦੇ ਅੰਤ ਤੱਕ ਪਹੁੰਚ ਚੁੱਕੇ ਹਾਂ। ਅਤੇ ਇਸ ਵਾਸਤੇ ਅਸੀਂ ਦੇਖ ਸਕਦੇ ਕਿ 2500 ਸਾਲ ਤੋਂ ਪਹਿਲਾਂ ਕੋਈ ਹਿਸਟਰੀ ਜੋਗ੍ਰਾਫੀ ਲਿਖਿਆ ਹੀ ਨਹੀਂ ਹੈ, ਕਿਉਂਕਿ ਜੋ ਵੀ ਲਿਖਿਆ ਸਾਡੇ ਕੋਲ ਹੈ ਉਹ BC 300 500 600 BC ਤੋਂ ਪਹਿਲਾਂ ਹੈ ਹੀ ਨਹੀਂ, ਆਉਣਾ ਹੀ ਹੈ। ਅਤੇ ਇਹਦਾ ਮਤਲਬ 2500 600 ਸਾਲ ਪਹਿਲਾਂ ਦੀ ਗੱਲ ਹੈ ਹੀ ਨਹੀਂ ਸੀ। ਉਸ ਤੋਂ ਪਹਿਲਾਂ ਕੁਛ ਲਿਖਿਆ ਹੀ ਨਹੀਂ ਸੀ, ਲੋੜ ਹੀ ਨਹੀਂ ਸੀ ਲਿਖਣ ਦੀ, ਕਿਉਂਕਿ ਸਤਯੁਗ ਔਰ ਤ੍ਰੇਤਾ ਵਿੱਚ ਅਸੀਂ ਦੇਵੀ ਦੇਵਤਾ ਵਰਗਾ ਜੀ ਰਹੇ ਸਾਂ। ਸਾਨੂੰ ਕੁਛ ਅਕਾਲ ਪੁਰਖ ਨੂੰ ਯਾਦ ਹੀ ਨਹੀਂ ਕਰਨਾ ਪਿਆ, ਸਾਨੂੰ ਕੋਈ ਖੋਜ ਹੀ ਨਹੀਂ ਕਰਨਾ ਪਿਆ। ਅਤੇ ਇਸ ਵਾਸਤੇ ਹੁਣ ਅਸੀਂ ਉਹ ਹੱਦ ਤੱਕ ਪਹੁੰਚ ਗਏ ਹਾਂ ਕਿ ਆਪਾਂ ਪਹਿਚਾਨਣਾ ਪਏਗਾ ਕਿ ਆਪੇ ਜਾਣੇ ਆਪ। ਅਤੇ ਹੁਣ ਉਹ ਆਪ ਆ ਚੁੱਕੇ ਆ, ਅਤੇ ਉਹ ਸਾਨੂੰ ਇਸ ਆਪਣੀ ਜਿਸ ਦੀ ਖੁਸ਼ਕਿਸਮਤ ਹੈ। ਅਤੇ ਮੈਂ ਸਮਝਦੀ ਹਾਂ ਆਪ ਵਿੱਚੋਂ ਜੋ ਵੀ ਸੁਣ ਰਹੇ ਹੋ, ਆਪ ਖੁਸ਼ ਨਸੀਬ ਆਤਮਾ ਹੈ ਕਿ ਇਹ ਗੱਲ ਤੁਹਾਡੇ ਕੰਨ ਤੱਕ ਪਹੁੰਚ ਚੁੱਕੀ ਹੈ ਕਿ ਆਪ ਜੀ ਅਕਾਲ ਪੁਰਖ ਨਾਲ ਮਿਲ ਸਕਦੇ ਹੋ, ਅਤੇ ਉਸ ਦੀ ਗੱਲ ਨੂੰ ਸਮਝ ਸਕਦੇ ਹੋ, ਅਤੇ ਆਪਣੇ ਰੂਹਾਨੀ ਸਫਰ ਜਿਹੜੀ ਹੈ ਉਹ ਤੁਸੀਂ ਸਫਲ ਕਰ ਸਕਦੇ ਹੋ। ਕਿਉਂਕਿ ਸਾਰਿਆਂ ਦੇ ਕੰਨ ਨੂੰ ਇਹ ਗੱਲ ਨਹੀਂ ਪਹੁੰਚੇਗੀ। ਜਿਸ ਦੀ ਰੂਹਾਨੀਅਤ ਵਿੱਚ ਸ਼ੌਂਕ ਹੈ, ਜਿਸ ਆਤਮਾ ਨੂੰ ਜਾਗਣ ਦੀ ਸ਼ਕਤੀ ਚਾਹੀਦੀ ਹੈ, ਅਤੇ ਜਿਸ ਆਤਮਾ ਨੂੰ ਖੋਜ ਹੈਗਾ ਕਿ ਮੈਂ ਪਰਮਾਰਥ 'ਤੇ ਜਾਣਾ ਹੈ, ਮੈਂ ਰੱਬ ਦੀ ਪਹਿਚਾਣ ਕਰਨੀ ਹੈ, ਉਹੀਓ ਇਹ ਐਪੀਸੋਡ ਸੁਣਨਗੇ। ਐਵੇਂ ਕੋਈ ਥੋੜ੍ਹਾ ਸੁਣੇਗਾ। ਇਹ ਜਿਹੜੀ ਗੁਰਬਾਣੀ ਖੋਜ ਆਪਾਂ ਕਰ ਰਹੇ, ਜਪਜੀ ਸਾਹਿਬ ਦੀ ਖੋਜ ਕਰ ਰਹੇ, ਅਤੇ ਜਿਹੜੇ ਬ੍ਰਹਮਾ ਕੁਮਾਰੀਜ਼ ਦੀ ਸੰਸਥਾ ਰਾਹੀਂ ਆਪਾਂ ਰਲ ਕੇ ਸੁਣ ਰਹੇ, ਇੱਕ ਓਂਕਾਰ, ਇੱਕ ਪਰਮ ਪਿਤਾ, ਇੱਕ ਪਰਮਾਤਮਾ, ਉਹੀਓ ਆ ਕੇ ਸੁਣੇਗਾ ਜਿਹੜਾ ਉਸ ਦੀ ਗਹਿਰਾਈ ਦੀ ਖੋਜ ਵਿੱਚ ਹੈ। ਅਤੇ ਇਹ ਗੱਲ ਫਿਰ ਉਹਨਾਂ ਨੂੰ ਪਤਾ ਲੱਗਣੀ ਚਾਹੀਦੀ ਕਿ ਟਾਈਮ ਹੋ ਗਿਆ ਕਿ ਤੁਸੀਂ ਆਓ, ਅਕਾਲ ਪੁਰਖ ਆਏ ਹੋਏ ਨੇ, ਜਲਦੀ ਉਸ ਨੂੰ ਪਹਿਚਾਣੋ, ਜਲਦੀ ਉਸ ਦੀ
ਕੀ ਉਹ ਕਹਿ ਰਹੇ ਨੇ ਕੀ ਕਰਨਾ ਚਾਹੀਦਾ ਹੈ, ਜੋ ਗੁਰੂ ਨਾਨਕ ਕਹਿ ਰਹੇ ਸਨ। ਮੈਂ ਵੀ ਪਹਿਲਾਂ ਇਹ ਸਾਰਾ ਪੜ੍ਹਿਆ, ਪਰ ਮੈਨੂੰ ਫਿਰ ਵੀ ਨਾ ਸਮਝ ਆਇਆ ਕਿ ਸਿਮਰਨ ਕਿਵੇਂ ਕਰਨਾ ਹੈ, ਅਕਾਲ ਪੁਰਖ ਨੂੰ ਕਿਵੇਂ ਮਿਲਣਾ। ਇੱਥੇ ਆ ਕੇ ਮੈਨੂੰ ਸਾਰੀ ਗੱਲ ਦੀ ਪਤਾ ਚੱਲ ਗਈ। ਫਿਰ ਮੈਂ ਗੁਰਬਾਣੀ ਨੂੰ ਦੁਬਾਰਾ ਜਦੋਂ ਪੜ੍ਹਿਆ ਫਿਰ ਮੈਨੂੰ ਸਮਝ ਆ ਗਈ ਕਿ ਆਪੇ ਜਾਣੇ ਆਪ। ਉਸ ਦੀ ਆਪਣੀ ਮੁੱਖ ਤੋਂ ਜਦੋਂ ਮੈਂ ਉਸ ਗੁਰਮੁਖ ਤੋਂ ਜਦੋਂ ਮੈਂ ਗੱਲ ਸੁਣੀ ਮੁਰਲੀ ਰਾਈ, ਫਿਰ ਮੈਨੂੰ ਆਪਣੀ ਗੁਰਬਾਣੀ ਸਪਸ਼ਟ ਸਮਝ ਲੱਗ ਪਈ, ਕਿਉਂਕਿ ਮੈਨੂੰ ਉਸ ਦੀ ਸ਼ਕਤੀ ਚਾਹੀਦੀ ਹੈ। ਉਸ ਤੋਂ ਬਿਨਾਂ ਮੈਂ ਆਪੇ ਕੁਛ ਨਹੀਂ ਕਰ ਸਕਦੀ, ਕੁਛ ਸਮਝ ਵੀ ਨਹੀਂ ਸਕਦੀ। ਸਾਨੂੰ ਸਾਰਿਆਂ ਨੂੰ ਅਕਾਲ ਪੁਰਖ ਦੀ ਸ਼ਕਤੀ ਚਾਹੀਦੀ ਹੈ ਉਸ ਨੂੰ ਸਮਝਣ ਵਾਸਤੇ। ਜੇ ਆਪਾਂ ਇਹ ਸਮਝ ਲਈਏ ਤਾਂ ਫਿਰ ਆਪਾਂ ਜ਼ਰੂਰ ਅਕਾਲ ਪੁਰਖ ਨੂੰ ਖੋਜ ਕਰਾਂਗੇ ਅਤੇ ਆਪਾਂ ਜ਼ਰੂਰ ਪਰਮਾਰਥ ਸਹੀ ਪਰਮਾਰਥ ਦੇ ਰਾਹ 'ਤੇ ਚਲਾਂਗੇ। ਅਤੇ ਬ੍ਰਹਮਾ ਕੁਮਾਰੀ ਸੰਸਥਾ ਇੱਕ ਇਹੋ ਜਿਹਾ ਯੂਨੀਵਰਸਿਟੀ ਹੈ ਦੁਨੀਆ ਦੇ ਵਿੱਚ ਜਿੱਥੇ ਇਹ ਗੱਲਾਂ ਫ੍ਰੀ ਦੱਸਿਆ ਜਾਂਦਾ ਅਤੇ ਬ੍ਰਹਮ ਗਿਆਨੀਆਂ ਦੇ ਸੰਗਤ, ਸਾਧ ਦੇ ਸੰਗਤ ਵਿੱਚ ਆਪਾਂ ਆ ਕੇ ਆਪਣੀ ਰੂਹਾਨੀਅਤ ਸਮਝ ਸਕਦੇ ਹਾਂ, ਆਪਣੀ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਹੋਸੀ ਵੀ ਸੱਚ, ਇਸ ਨੂੰ ਸਮਝ ਸਕਦੇ ਹਾਂ। ਉਸ ਇੱਕ ਓਂਕਾਰ ਨੂੰ ਸਮਝ ਸਕਦੇ ਹਾਂ ਅਤੇ ਆਪਣੀ ਇੱਕ ਇੱਕ ਗੁਣ ਨੂੰ ਸਮਝ ਸਕਦੇ ਹਾਂ। ਨਿਰਭਉ ਨਿਰਵੈਰ ਬਣ ਸਕਦੇ ਹਾਂ। ਅਸੀਂ ਫਿਰ ਗੁਰੂ ਦੀ ਗੱਲ ਨੂੰ ਸਮਝਾਂਗੇ ਕਿ ਸੁਣੇ ਦਾ ਕੀ ਮਤਲਬ, ਉਸ ਦੀ ਦਰਗਾਹ ਵਿੱਚ ਆਉਣ ਦਾ ਕੀ ਮਤਲਬ, ਸੱਚਿਆਰ ਬਣਨ ਦਾ ਕੀ ਮਤਲਬ, ਮਣੇ ਕਿਵੇਂ ਮੰਨਾਂਗੇ। ਇਹ ਸਾਰਾ ਕੁਝ ਆਪਾਂ ਫਿਰ ਸਮਝ ਸਕਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਨੇ ਕਿਉਂ ਬੋਲਿਆ ਹੈ, ਮੋਹ ਕੀ ਬੋਲਣ ਬੋਲੇ ਜਿਤ ਸੁਨ ਤਰੇ ਪਿਆਰ, ਫੇਰ ਕੀ ਅੱਗੇ ਰੱਖਿਆ ਜਿਤ ਦਿਸੇ ਦਰਬਾਰ। ਮਤਲਬ ਉਸ ਦੀ ਦਰਬਾਰ ਵਿੱਚ ਕਿਵੇਂ ਅਸੀਂ ਆਉਣਾ ਹੈ ਅਤੇ ਇਸ ਅੱਖ ਨਾਲ, ਇਸ ਮਨ ਦੀ ਅੱਖ ਨਾਲ ਅਸੀਂ ਇਹ ਉਹਨਾਂ ਨੂੰ ਕਿਵੇਂ ਪਹਿਚਾਣਾਂਗੇ ਅਤੇ ਕਿਵੇਂ ਆਪਾਂ ਲਿਵ ਜੋੜਾਂਗੇ, ਕਿਵੇਂ ਆਪਾਂ ਅਕਾਲ ਪੁਰਖ ਦੀ ਡਾਇਰੈਕਟ ਸ਼ਕਤੀ ਲਵਾਂਗੇ। ਇਹ ਸਾਰਾ ਕੁਛ ਉਹ ਦੱਸਦਾ ਕਿਵੇਂ ਕਰਨਾ, ਤਾਂ ਅਸੀਂ ਤੁਹਾਨੂੰ ਦੱਸ ਸਕ ਰਹੇ ਹਾਂ। ਜੇ ਆਪਾਂ ਨਹੀਂ ਸੁਣਿਆ ਉਹਨਾਂ ਕੋਲੋਂ ਤਾਂ ਫਿਰ ਆਪਾਂ ਤੁਹਾਨੂੰ ਕਿਵੇਂ ਦੱਸ ਸਕਦੇ। ਮੇਰੀ ਆਪਣੀ ਇੰਨੀ ਸੋਚ, ਇੰਨੀ ਸਿਆਣਪ ਨਹੀਂ ਹੈਗੀ। ਉਸ ਦੀ ਵਡਿਆਈ ਹੈ, ਉਸ ਦੀ ਹੁਕਮ ਅਨੁਸਾਰ ਆਪਾਂ ਚੱਲ ਰਹੇ ਹਾਂ ਅਤੇ ਉਸ ਦੀ ਵਡਿਆਈ ਦੇ ਵਿੱਚ ਆਪਾਂ ਆਪ ਜੀ ਨਾਲ ਸਾਂਝ ਕਰ ਰਹੇ ਹਾਂ। ਲੇਖਾ ਹੋਏ ਤਾਂ ਲਿਖਿਆ, ਲੇਖੇ ਹੋਏ ਵਿਨਾਸ਼। ਜਿਹੜਾ ਲਿਖਿਆ, ਜਿਵੇਂ ਤੇਰਾ ਲਿਖਿਆ ਉਹੀ ਹੋਗਾ। ਅਤੇ ਨਾਨਕ ਵੱਡਾ ਆਖਿਆ ਆਪੇ ਜਾਣੇ ਆਪ, ਅਤੇ ਤੂੰ ਹੀ ਜਾਣਦਾ ਹੈ ਅਤੇ ਅਸੀਂ ਕੌਣ, ਤੇਰੀ ਸਿਫਤ ਕਰਨ ਵਾਲੇ, ਤੇਰੀ ਸ਼ੁਰੂਆਤ ਜਾਣਨ ਵਾਲੇ, ਤੇਰੇ ਅੰਤ ਜਾਣਨ ਵਾਲਾ। ਉਹ ਜੋ ਲਿਖਿਆ ਉਹੀ ਤੂੰ ਕਰਾ ਰਿਹਾ ਅਤੇ ਤੇਰਾ ਜੋ ਤੂੰ ਕਰਾ ਰਿਹਾ ਉਹੀ ਉਹ ਹੋ ਰਿਹਾ। ਅਤੇ ਇਸ ਐਪੀਸੋਡ ਵਿੱਚ ਆਪਾਂ 22 ਪੌੜੀ ਜਪਜੀ ਸਾਹਿਬ ਦਾ ਖੋਜ ਰਲ ਕੇ ਕੀਤੀ ਹੈ ਅਤੇ ਉਸ ਦੀ ਸਲਾਹ, ਉਸ ਦੀ ਸੀਮਾ, ਉਸ ਦੀ ਉਹ ਕੰਟੀਨਿਊਡ ਹੈ ਪੌੜੀ ਨੰਬਰ 21 ਅਤੇ 22। ਅਤੇ ਕਿ ਅਸੀਂ ਉਸ ਨੂੰ ਨਹੀਂ ਜਾਣ ਸਕਦੇ ਅਤੇ ਇਸ ਵਾਰੀ ਅਸੀਂ ਸਮਝ ਗਏ ਕਿ ਅਕਾਲ ਪੁਰਖ ਦਾ ਆਪੇ ਜਾਣੇ ਆਪ, ਉਹ ਖੁਦ ਆ ਕੇ ਆਪਣੇ ਬਾਰੇ ਦੱਸਣਗੇ ਅਤੇ ਆਪਾਂ ਉਸ ਨੂੰ ਮਿਲ ਸਕਾਂਗੇ। ਅਤੇ ਆਪ ਜੀ ਨੂੰ ਫਿਰ ਇੱਕ ਵਾਰੀ ਥੈਂਕ ਯੂ ਕਿ ਰਲ ਮਿਲ ਕੇ ਆਪਾਂ ਖੋਜ ਕੀਤੀ ਗੁਰਬਾਣੀ ਦੀ ਅਤੇ ਫਿਰ ਅੱਗਾ ਆਪੇ ਚੱਲਾਂਗੇ। ਸ਼ੁਕਰੀਆ। ਓਮ ਸ਼ਾਂਤੀ, ਸਤਿ ਸ਼੍ਰੀ ਅਕਾਲ।